ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ। ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੈ ਤਿਸ ਠਾਕੁਰ ਕੋ ਰਖ ਮਨ ਮਾਹੈ। ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਟ ਪਟੰਬਰ ਹੰਢਾਵੈ ਤਿਸੈ ਧਿਆ ਕਤ ਅਵਰ ਲੁਭਾਵੈ। ਜਿਹ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀਜੈ। ਜਿਹ ਪ੍ਰਸਾਦ ਤੁਝ ਸਭ ਕਉ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤਿਉ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਾ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲੇ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕੈ। ਜਿਹ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ। ਸਮੁੱਚੀ ਸਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਚਰਨਾਂ ਵਿੱਚ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸ਼ਾਹਕਾਰ ਬਾਣੀ ਸੁਖਮਨੀ ਸਾਹਿਬ ਦੇ ਅੱਗੇ ਵਿਚਾਰ ਸਾਨੂੰ ਬਖਸ਼ਿਸ਼ ਕਰ ਰਹੇ ਹੈ। ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਨਾਨਕ ਯਾਨੀ ਪੰਜਵੇਂ ਨਾਨਕ ਸਾਹਿਬ ਬੇਨਤੀ ਕਰ ਰਹੇ ਹੈ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਕਿ ਹੇ ਗੁਰਦੇਵ ਜੀ ਮੇਰੇ ਉੱਤੇ ਵੀ ਕਿਰਪਾ ਕਰੋ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਮੇਰੇ ਅੰਦਰੋਂ ਇਹ ਸਾਰੇ ਹੀ ਨਿਕਲ ਜਾਏ, ਕਾਮ ਵੀ, ਕ੍ਰੋਧ ਵੀ, ਲੋਭ ਵੀ, ਮੋਹ ਵੀ ਔਰ ਹੰਕਾਰ ਵੀ। ਅਸੀਂ ਤੇਰੀ ਸ਼ਰਨ ਵਿੱਚ ਹੈ ਮਹਾਰਾਜ, ਸਾਡੇ ਅੰਦਰੋਂ ਇਹ ਕੱਢ ਦਿਓ। ਦੇਖੋ ਸਾਧ ਸੰਗਤ ਜੀ, ਇਹਦੇ 'ਚ ਵਿਆਕਰਨ ਦੀਆਂ ਦੋ ਪੇਚ ਹੈ। ਪ੍ਰਸਾਦ ਦੇ ਦੱਦੇ ਨੂੰ ਔਂਕੜ ਲੱਗੀ ਹੈ, ਇੱਥੇ ਨਾਉਨ ਹੈ ਪ੍ਰਸਾਦ ਦੀ। ਕਿਰਪਾ ਕਰੋ, ਕਰ ਪ੍ਰਸਾਦ। ਜਿੱਥੇ ਦੱਦੇ ਨੂੰ ਸਿਹਾਰੀ ਆਉਂਦੀ ਹੈ, ਜਿਵੇਂ ਮੂਲ ਮੰਤਰ 'ਚ ਪਹਿਲਾਂ ਹੀ ਆਉਂਦੀ ਹੈ, ਉੱਥੇ ਹੁੰਦਾ ਪ੍ਰਸਾਦ ਦੇ ਰਾਹੀਂ, ਕਿਰਪਾ ਦੇ ਰਾਹੀਂ। ਇੱਥੇ ਨਾਉਨ ਦੇ ਤੌਰ 'ਤੇ ਆਇਆ ਹੋਇਆ। ਅਸ਼ਟਪਦੀ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੈ। ਖਾਏ ਨਹੀਂ ਕਹਿਣਾ, ਇਹਨੂੰ ਈੜੀ ਨਹੀਂ ਹੈ, ਹਾਹਾ ਹੈ। ਬਹੁਤੇ ਅੰਮ੍ਰਿਤਾਂ ਦੀ ਗੱਲ ਹੋ ਰਹੀ ਹੈ। ਜਿਹ ਪ੍ਰਸਾਦ ਜਿਹਦੀ ਕਿਰਪਾ ਦੇ ਨਾਲ, ਦੇਖੋ ਦੱਦੇ ਨੂੰ ਸਿਆਰੀ ਆ ਗਈ ਹੈ, ਜਿਹਦੀ ਕਿਰਪਾ ਦੇ ਨਾਲ 36 ਅੰਮ੍ਰਿਤ ਤੂੰ ਖਾਨਾ ਹੈ। ਤਿਸ ਠਾਕਰ ਕੋ ਰੱਖ ਮਨ ਮਾਹੇ। ਉਸ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਰੱਖ। ਜਿਹ ਪ੍ਰਸਾਦ ਸੁਗੰਧ ਤਨ ਲਾਵੈ। ਸੁਗੰਧੀਆਂ ਤਨ ਨੂੰ ਲਾਉਣਾ ਜਿਹਦੀ ਕਿਰਪਾ ਦੇ ਨਾਲ। ਤਿਸ ਕੋ ਸਿਮਰਤ ਪਰਮਗਤ ਪਾਵੈ। ਉਹਨੂੰ ਯਾਦ ਕਰਨ ਦੇ ਨਾਲ ਤੇਰੀ ਪਰਮਗਤੀ ਹੋ ਜਾਊਗੀ। ਜਿਹ ਪ੍ਰਸਾਦ ਬਸੈ ਸੁਖ ਮੰਦਰ। ਜਿਹਦੀ ਕਿਰਪਾ ਦੇ ਨਾਲ ਸੁਖ ਮੰਦਰ 'ਚ ਤੇਰਾ ਵਾਸਾ ਹੁੰਦਾ ਹੈ। ਬਹੁਤ ਬੜੇ ਬੜੇ ਮਹਿਲਾਂ ਦੇ ਵਿੱਚ ਤੂੰ ਰਹਿਣਾ ਹੈ, ਅਤੇ ਉਹਨੂੰ ਤੂੰ ਕਾਹਤੇ ਨਹੀਂ ਅੰਦਰ ਯਾਦ ਰੱਖਦਾ ਹੈ। ਉਹਨੂੰ ਵੀ ਯਾਦ ਰੱਖ ਭਾਈ।
ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਜਿਹਦੀ ਕਿਰਪਾ ਦੇ ਨਾਲ ਆਪਣੇ ਘਰ ਦੇ ਵਿੱਚ ਸੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ, ਆਠ ਪਹਿਰ ਉਹਨੂੰ ਸਿਮਰੋ ਰਸਨਾ ਦੇ ਨਾਲ। ਆ ਦੇਖੋ ਉਰੇ ਸ਼ਬਦ ਹਾਏ ਨੂੰ ਔਂਕੜ ਆਇਆ, ਸਿਮਰੋ। ਇਹਦਾ ਮਤਲਬ ਹੈ ਵੀ ਤੁਸੀਂ ਸਿਮਰੋ, ਦੂਜਿਆਂ ਖਾਤਰ ਹਦਾਇਤ ਹੈ, ਮਨ ਨੂੰ ਹਦਾਇਤ ਹੈ। ਆਪਣੀ ਰਸਨਾ ਦੇ ਨਾਲ ਉਹਨੂੰ ਸਿਮਰੋ। ਜਿੱਥੇ ਊੜਾ ਆਉਂਦਾ ਊੜੇ ਨੂੰ ਔਂਕੜ, ਉੱਥੇ ਸਿਮਰੋਂ, ਮੈਂ ਸਿਮਰਦਾ ਹਾਂ। ਇਹ ਭੇਦ ਹੈ ਗੁਰਬਾਣੀ ਦੇ ਵਿੱਚ ਵਿਆਕਰਨ ਦੇ। ਤੋ ਸਾਧ ਸੰਗਤ ਜੀਓ, ਇਹਨਾਂ ਚੀਜ਼ਾਂ ਦਾ ਖਿਆਲ ਰੱਖੋ। ਜੇ ਆਪਾਂ ਸਿਮਰੋ ਨੂੰ ਸਿਮਰੋਂ ਕਹੂੰਗੇ ਫਿਰ ਗਲਤ, ਜੇ ਸਿਮਰੋਂ ਨੂੰ ਸਿਮਰੋ ਕਹੂੰਗੇ ਤਾਂ ਵੀ ਗਲਤ। ਛੋਟੀਆਂ ਛੋਟੀਆਂ ਬਾਤਾਂ, ਕੋਈ ਬਹੁਤ ਬੜੀ ਗੱਲ ਨਹੀਂ। ਜੇ ਪ੍ਰਸਾਦ ਰੰਗ ਰਸ ਭੋਗ, ਜਿਹਦੀ ਕਿਰਪਾ ਦੇ ਨਾਲ ਤੂੰ ਖੇਡਾਂ ਮੇਡਾਂ ਕਰਦਾ, ਰੰਗ ਰਸ ਪੈਨਾ ਭੋਗ ਕਰਦਾ ਹੈ। ਨਾਨਕ ਸਦਾ ਧਿਆਈਐ ਧਿਆਵਨ ਜੋਗ, ਉਸ ਧਿਆਵਨ ਯੋਗ ਕਰਤੇ ਨੂੰ ਸਦਾ ਹੀ ਧਿਆਓ। ਜੇ ਪ੍ਰਸਾਦ ਪਾਟ ਪਟੰਬਰ ਹੰਢਾਵੇਂ, ਜਿਹਦੀ ਕਿਰਪਾ ਦੇ ਨਾਲ ਤੂੰ ਸੋਹਣੇ ਸੋਹਣੇ ਕੱਪੜੇ ਰੇਸ਼ਮ ਵਰਗੇ ਪਾਉਣਾ ਹੈ। ਤਿਸੈ ਤਿਆਗ ਕਤ ਅਵਰ ਲਵਾਵੋ, ਉਹਨੂੰ ਛੱਡ ਕੇ ਤੂੰ ਫਿਰ ਹੋਰ ਨੂੰ ਕਾਹਤੇ ਧਿਆਉਣਾ, ਹੋਰ ਕਿਤੇ ਕਿਉਂ ਜਾਣਾ, ਉਹਨੂੰ ਧਿਆ। ਤਿਸੈ ਤਿਆਗ ਕਤ ਅਵਰ ਲਵਾਵੇਂ, ਹੋਰ ਪਾਸੇ ਤੇਰਾ ਮਨ ਕਾਹਤੇ ਲਵਾਇਮਾਨ ਹੁੰਦਾ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਜਿਹਦੀ ਕਿਰਪਾ ਦੇ ਨਾਲ ਸੇਜ ਦਾ ਸੁੱਖ ਤੂੰ ਮਾਣਦਾ ਹੈ। ਮਨ ਆਠ ਪਹਿਰ ਤਾਂ ਕਾ ਜਸ ਗਾਵੀਜੈ, ਉਹ ਮਨਾ ਤੂੰ ਅੱਠੇ ਪਹਿਰ ਉਹਦਾ ਜਸ ਕਰ ਗਾ। ਜੇ ਪ੍ਰਸਾਦ ਤੁਝ ਸਭ ਕੋ ਮਨ ਹੈ, ਜਿਹਦੀ ਕਿਰਪਾ ਦੇ ਨਾਲ ਤੇਰੀ ਇੰਨੀ ਮਾਣ ਵਡਿਆਈ ਹੈ, ਸਭ ਕੋਈ ਤੈਨੂੰ ਮੰਨਦੇ ਹੈ, ਆਦਰ ਮਿਲਦਾ ਹੈ। ਮੁਖ ਤਾਂ ਕੋ ਜਸ ਰਸਨ ਬਖਾਨੈ, ਆਪਣੇ ਮੁਖ ਤੋਂ ਉਹਦਾ ਜਸ਼ਨ ਆਪਣੀ ਰਸਨਾ ਦੇ ਨਾਲ ਕਰ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਜਿਹਦੀ ਕਿਰਪਾ ਦੇ ਨਾਲ ਤੇਰਾ ਧਰਮ ਰਹਿੰਦਾ ਹੈ। ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਇਹ ਮਨ ਹੈ ਜਿਹੜਾ, ਇਹ ਵੀ ਸੰਬੋਧਨ ਰੂਪ ਚ ਆਇਆ ਹੋਇਆ, ਨੰਨੇ ਨੂੰ ਔਂਕੜ ਨਹੀਂ ਹੈ। ਮਨ ਮਾੜਾ ਜਿਹਾ ਰੁਕਣਾ, ਜਮਕੀ ਦੇਣੀ ਹੈ। ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇਂ, ਪ੍ਰਭ ਜੀ ਨੂੰ ਜਪਣ ਦੇ ਨਾਲ ਦਰਗਾਹ ਦੇ ਵਿੱਚ ਤੂੰ ਮਾਣ ਪਾਏਗਾ। ਨਾਨਕ ਪਤ ਸੇਤੀ ਘਰ ਜਾਵੇਂ, ਆਪਣੀ ਇੱਜ਼ਤ ਨਾਲ ਘਰ ਵਿੱਚ ਜਾਏਗਾ। ਇਹ ਜਿਹੜੀਆਂ ਦੁਨਿਆਵੀ ਇੱਜ਼ਤਾਂ ਹੈ, ਪੱਤ ਕਿਹਨੂੰ ਕਹਿੰਦੇ, ਜਿਹਨੂੰ, ਇਹਨਾਂ ਦਾ ਦਰਗਾਹ ਦੇ ਨਾਲ ਕੋਈ ਤਲਕ ਨਹੀਂ ਹੈ। ਇਹ ਦੁਨੀਆਦਾਰੀ ਹੈ ਤਿੰਨਾਂ ਗੁਣਾਂ 'ਚ। ਕੋਈ ਰਾਜਾ ਹੈ, ਦੁਨੀਆ ਬੜਾ ਸਤਿਕਾਰ ਦਿੰਦੀ ਹੈ, ਪੂਜਦੀ ਹੈ, ਪੈਰੀਂ ਹੱਥ ਵੀ ਲਾਉਂਦੀ ਹੈ, ਫੁੱਲ ਵੀ ਸਿੱਟਦੀ ਹੈ ਉੱਪਰ। ਦਰਗਾਹ ਵਿੱਚ ਜਾ ਕੇ ਕੀੜਾ ਬਣਨਾ। ਸੋ ਅਸਲੀ ਜਿਹੜੀ ਪੱਤ ਹੈ ਸਾਡੀ, ਉਹ ਦਰਗਾਹ ਵਿੱਚ ਹੈ। ਉੱਥੇ ਜਿਹੜਾ ਗੁਰੂ ਦਾ ਸੇਵਕ ਹੈ, ਜਿਹੜਾ ਨਾਮ ਜਪਦਾ, ਉਹਦੀ ਕੀਮਤ ਪੈਣੀ ਹੈ। ਜਿਹੇ ਪ੍ਰਸਾਦ ਆਰੋਗ ਕੰਚਨ ਦੇਹੀ, ਜਿਹਦੀ ਕਿਰਪਾ ਦੇ ਨਾਲ ਰੋਗ ਰਹਿਤ ਸੋਨੇ ਵਰਗੀ ਦੇਹੀ ਹੈ ਤੇਰੀ। ਲਿਵ ਲਾਵੋ ਤਿਸ ਰਾਮ ਸਨੇਹੀ, ਉਸ ਰਾਮ ਸਨੇਹੀ ਮਿੱਤਰ ਦੇ ਨਾਲ ਲਿਵ ਲਾਵੋ ਪਾਈ, ਜਿਹਨੇ ਤੈਨੂੰ ਇਹ ਬਖਸ਼ੀ ਹੈ। ਜੇ ਪ੍ਰਸਾਦ ਤੇਰਾ ਓਹਲਾ ਰਹਿਤ, ਜਿਹਦੀ ਕਿਰਪਾ ਦੇ ਨਾਲ ਤੇਰਾ ਪਰਦਾ ਢਕਿਆ ਰਹਿੰਦਾ ਹੈ। ਮਨ ਸੁਖ ਪਾਵੇਂ ਹਰ ਹਰ ਜਸ ਕਹਿਤ, ਹਰੀ ਦਾ ਜਸ ਕਰੋ, ਇਹਦੇ ਕਰਕੇ ਹੀ ਸੁੱਖ ਮਿਲਣਾ ਭਾਈ। ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢੱਕੇ, ਤੇਰੇ ਸਾਰੇ ਐਬਾਂ ਨੂੰ ਢੱਕਦਾ ਹੈ ਜਿਹੜਾ, ਜਿਹਦੀ ਕਿਰਪਾ ਦੇ ਨਾਲ ਢੱਕੇ ਜਾਂਦੇ ਹੈ। ਮਨ ਸ਼ਰਨੀ ਪਰ ਠਾਕਰ ਪ੍ਰਭ ਤਾਂ ਕਹਿ, ਮਨਾ ਉਹਦੀ ਸ਼ਰਨੀ ਪੈ, ਉਸ ਠਾਕਰ ਦੀ, ਪ੍ਰਭੂ ਦੀ, ਜਿਹੜਾ ਤੇਰੇ ਸਾਰੇ ਛਿੱਦਰਾਂ ਨੂੰ ਢੱਕਦਾ ਹੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਜਿਹਦੀ ਕਿਰਪਾ ਦੇ ਨਾਲ ਤੇਰੇ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ, ਤੈਨੂੰ ਕੋਈ ਮਾਰ ਨਹੀਂ ਸਕਦਾ, ਤੇਰਾ ਇੱਜ਼ਤ ਮਾਣ ਬਣਿਆ ਰਹਿੰਦਾ ਹੈ। ਤੂੰ ਉਹਨੂੰ ਯਾਦ ਕਰ। ਤੇਰੇ ਬਰਾਬਰ ਕੋਈ ਜਿਹੜਾ ਨਹੀਂ ਆ ਸਕਦਾ, ਜਿਹਦੀ ਕਿਰਪਾ ਨਾਲ ਤੂੰ ਐਡਾ ਉੱਚਾ ਬਣ ਗਿਆ ਹੈ, ਉਹਨੂੰ ਯਾਦ ਕਰ। ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਇੱਥੇ ਫੇਰ ਸਿਮਰੋ ਦੇ ਹਾਹੇ ਨੂੰ ਔਂਕੜ ਹੈ। ਇਹ ਵੀ ਸੰਬੋਧਨ ਹੈ ਮਨ ਨੂੰ, ਵੀ ਮਨਾ ਤੂੰ ਸਾਸ ਸਾਸ ਸਿਮਰਨ ਕਰ ਉਸ ਉੱਚੇ ਪ੍ਰਭ ਦਾ। ਜਿਹੇ ਪ੍ਰਸਾਦ ਪਾਈ ਦੁਰਲੱਭ ਦੇ, ਜਿਹਦੀ ਕਿਰਪਾ ਦੇ ਨਾਲ ਇਹ ਦੁਰਲੱਭ ਦੇ ਪਾਈ ਹੈ,
84 ਜੂਨਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਇਹੀ ਹੈ। ਔਰ ਜਿਹੜਾ ਇਸ ਪੌੜੀ ਤੇ ਚੁੱਕ ਜਾਵੇ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਇੰਦਾ। ਫਿਰ 84 'ਚ ਮੁੜ ਕੇ ਫੇਰ ਪੈ ਜਾਂਦਾ ਬੰਦਾ। ਇਹ ਬੜੀ ਮੁਸ਼ਕਿਲ ਤੋਂ ਮਿਲਦੀ ਹੈ, ਕਿਰਪਾ ਦੇ ਨਾਲ ਮਿਲਦੀ ਹੈ, ਚੰਗਿਆਂ ਭਾਗਾਂ ਨਾਲ ਮਿਲਦੀ ਹੈ। ਇਸ ਕਰਕੇ ਪਾਤਸ਼ਾਹ ਫਰਮਾਉਂਦੇ ਨਾਨਕ ਤਾਂ ਕੀ ਭਗਤ ਕਰੇ। ਜਿਹਦੀ ਕਿਰਪਾ ਦੇ ਨਾਲ ਇਹ ਦੇਹੀ ਮਿਲੀ ਆ ਉਹਦੀ ਭਗਤੀ ਕਰ। ਤੋ ਸਾਧ ਸੰਗਤ ਜੀ, ਇਹ ਸੀ ਅੱਜ ਦੀ ਵਿਚਾਰ ਆਪਣੀ ਹਕੀਰ ਬੁੱਧੀ ਦੁਆਰਾ। ਸੁਖਮਨੀ ਸਾਹਿਬ ਬੜੀ ਸੌਖੀ ਬਾਣੀ ਪ੍ਰਤੀਤ ਹੁੰਦੀ ਹੈ ਸ਼ਬਦਾਂ 'ਚ, ਕਿਉਂਕਿ ਸਾਰੇ ਸ਼ਬਦ ਪੰਜਾਬੀ ਦੇ ਪੜ੍ਹਨੇ ਔਰ ਸੁਣਨੇ ਬੜੇ ਸੋਹਣੇ ਲੱਗਦੇ, ਲੇਕਿਨ ਜਿਹੜਾ ਭਾਵ ਹੈ ਇਹਨਾਂ ਦੇ ਪਿੱਛੇ ਉਹ ਤਾਂ ਉਹੀ ਹੈ ਜਿਹੜਾ ਬਾਕੀ ਦੀ ਬਾਣੀ 'ਚ ਵੀ ਹੈ। ਕੋਈ ਇੱਕ ਬਾਣੀ ਵਿਸ਼ੇਸ਼ ਨਹੀਂ ਹੈ, ਸਾਰੀਆਂ ਬਾਣੀਆਂ ਇਕੁਅਲੀ ਸਤਿਕਾਰਤ ਹੈ, ਪੂਜਣਯੋਗ ਹੈ। ਸੁਖਮਨੀ ਸਾਹਿਬ ਪੜ੍ਹ ਲਓ, ਵਿਚਾਰ ਲਓ, ਜਪਜੀ ਸਾਹਿਬ ਪੜ੍ਹ ਲਓ, 12 ਮਹਾ ਪੜ੍ਹ ਲਓ, ਕੋਈ ਕਿਤੋਂ ਪੜ੍ਹ ਲਓ, ਸਾਰੀਆਂ ਦੇ ਵਿੱਚ ਥਾਟ ਉਹੀ ਹੈ। ਸ਼ਬਦਾਂ ਦਾ ਜ਼ਰੂਰ ਫਰਕ ਹੈਗਾ, ਕਿਉਂਕਿ ਜੇ ਹੁਣ ਪਰਸ਼ੀਅਨ ਦੀ ਕੋਈ ਸ਼ਬਦ ਹੈ, ਕੋਈ ਸੰਸਕ੍ਰਿਤ ਦਾ ਸ਼ਬਦ ਹੈ, ਉਹਨਾਂ 'ਚ ਸ਼ਬਦ ਤਾਂ ਫਿਰ ਦੂਜੀਆਂ ਲੈਂਗੁਏਜ ਦੇ ਆਉਣੇ ਹੀ ਆਉਣੇ। ਸਗੋਂ ਦਾਸਰੇ ਦਾ ਇਹ ਮੱਤ ਹੈ ਵੀ ਦੂਜੀਆਂ ਲੈਂਗੁਏਜ ਦੇ ਰਾਹੀਂ ਸਾਨੂੰ ਅਸਲੀ ਮੱਤ ਦੇ ਪਤਾ ਲੱਗ ਜਾਂਦਾ ਵੀ ਇਹ ਥਾਟ ਇਹ ਹੈ ਗੁਰਬਾਣੀ 'ਚ। ਜਿਹੜੀ ਗੱਲ ਆਪਾਂ ਰੋਜ਼ ਬੋਲਦੇ ਹਾਂ ਪੰਜਾਬੀ, ਉਹ 'ਚ ਨਹੀਂ ਸਮਝ ਲੱਗਦੀ ਆਪਾਂ ਨੂੰ, ਹੁੰਦਾ ਇਸ ਤਰ੍ਹਾਂ, ਕਿਉਂਕਿ ਆਪਾਂ ਸਮਝਦੇ ਹੁੰਦੇ ਵੀ ਸਾਨੂੰ ਤਾਂ ਪਤਾ ਹੀ ਹੈ, ਪਤਾ ਹੁੰਦਾ ਨਹੀਂ ਅਸਲ 'ਚ ਅੰਦਰਲੀ ਗੱਲ ਦਾ। ਉਹ ਫਿਰ ਦੂਜਿਆਂ ਲੈਂਗੁਏਜ ਦੇ ਰਾਹੀਂ ਸਾਨੂੰ ਸਮਝ ਲੱਗ ਜਾਂਦੀ ਹੈ ਵੀ ਕਿਆ ਚੀਜ਼ ਹੈ। ਪਰਮਾਤਮਾ ਨੂੰ ਸਿਮਰਨਾ, ਇਹ ਸਿਮਰਨਾ ਸ਼ਬਦ ਨੂੰ ਆਪਾਂ ਸੌਖਾ ਹੀ ਸਮਝ ਲੈਂਦੇ ਵੀ ਇਹ ਤਾਂ ਸੌਖੀ ਉਹ ਗੱਲ ਹੈ। ਸਭ ਤੋਂ ਔਖੀ ਚੀਜ਼ ਸਿਮਰਨਾ ਹੈ, ਔਰ ਇਹ ਆਪਣੇ ਵੱਲੋਂ ਨਹੀਂ ਹੈ, ਇਹ ਉਹਦੇ ਵੱਲੋਂ ਹੈ। ਜੇ ਉਹ ਕਿਰਪਾ ਕਰੂ ਤਾਂ ਸਾਨੂੰ ਸਮਝ ਆ ਜੂਗੀ ਵੀ ਕਿਵੇਂ ਸਿਮਰਨਾ, ਨਹੀਂ ਤਾਂ ਸਾਰੀ ਉਮਰ ਨਹੀਂ ਸਿਮਰਨ ਹੁੰਦਾ। ਜਪ ਹੋ ਸਕਦਾ ਹੈ, ਸਿਮਰਨਾ ਨਹੀਂ ਹੋਣਾ ਹੈ। ਇਹ ਉਹਦੀ ਕਿਰਪਾ ਹੈ, ਜੇ ਸਾਨੂੰ ਸਿਮਰਨ ਉਹ ਦੇ ਦੇਵੇ ਤਾਂ ਸਮਝ ਆਊਗੀ ਇਸ ਚੀਜ਼ ਦੀ। ਤਾਂ ਫਾਰਸੀ ਦੇ ਵਿੱਚ ਇਹਨੂੰ ਕਹਿੰਦੇ ਫਿਕਰ ਕਰਨਾ। ਸਿਮਰਨੇ ਨੂੰ ਫਿਕਰ ਕਰਨ ਤੋਂ ਮਤਲਬ ਹੈ ਜਿਸ ਚੀਜ਼ ਦਾ ਆਪਾਂ ਨੂੰ ਹਰ ਵਕਤ ਖਿਆਲ ਰਹੇ ਉੱਧਰ ਦਾ। ਆਪਾਂ ਤਾਂ ਹੁਣ ਫਿਕਰ ਪੰਜਾਬੀ 'ਚ ਬੋਲਦੇ ਹਾਂ ਨਾ, ਉਹਦਾ ਹੋਰ ਮਤਲਬ ਹੈ। ਉਹ ਤਾਂ ਹੈਗਾ ਵੀ ਥੋੜ੍ਹੀ ਚਿੰਤਾ ਕਰੋ, ਫਿਕਰ ਕਰੋ। ਪਰਸ਼ੀਅਨ ਦੇ ਵਿੱਚ ਇਹਦਾ ਮਤਲਬ ਹੈ ਯਾਦ ਕਰੋ ਪਰਮਾਤਮਾ ਨੂੰ। ਆਨ ਜ਼ੁਬਾਨੇ ਬੇਹ ਕੇ ਜ਼ਿਕਰੇ ਊਕੁਨਦ। ਜ਼ੁਬਾਨ ਉਹ ਬਿਹਤਰ ਹੈ ਜਿਹੜੀ ਉਹਦਾ ਜ਼ਿਕਰ ਕਰਦੀ ਹੈ, ਜਿਹਨੂੰ ਜਪ ਕਹਿੰਦੇ ਆਪਾਂ। ਖਾਤਰਿਆਂ ਬੇਹ ਕੇ ਫਿਕਰੇ ਊਕੁਨਦ, ਖਾਤਰ ਦਿਲ ਉਹ ਬਿਹਤਰ ਹੈ ਜਿਹੜਾ ਉਹਦਾ ਫਿਕਰ ਕਰਦਾ, ਯਾਨੀ ਉਹਨੂੰ ਸਿਮਰਦਾ ਹੈ। ਗੱਲ ਕਲੈਰਿਟੀ ਹੋ ਜਾਂਦੀ ਹੈ ਦੂਜੀ ਲੈਂਗੁਏਜ ਤੋਂ। ਕਈ ਦਫਾ ਇੰਗਲਿਸ਼ 'ਚ ਬਹੁਤ ਕਲੀਅਰ ਹੁੰਦੀਆਂ ਗੱਲਾਂ ਜਿਹੜੀਆਂ ਆਪਾਂ ਨਹੀਂ ਇੱਧਰ ਸਮਝ ਆਉਂਦੀ। ਤੋ ਇਹ ਗੁਰੂ ਮਹਾਰਾਜ ਨੇ ਸਭ ਸੋਚ ਕੇ ਹੀ ਇਸ ਤਰ੍ਹਾਂ ਬਾਣੀ ਦੀ ਰਚਨਾ ਕਰੀ ਹੋਈ ਹੈ। ਸ਼ਬਦ ਭਾਵੇਂ ਸੌਖੇ ਲੱਗਦੇ ਹੈ, ਪਰ ਪਿੱਛੇ ਥਾਟ ਬਿਲਕੁਲ ਉਹੀ ਚੱਲ ਰਿਹਾ ਜਿਹੜਾ ਸਾਰੀ ਬਾਣੀ ਦਾ ਸਮੁੱਚਾ ਸਮਗਰ ਥਾਟ ਹੈ। ਆਪਾਂ ਨੂੰ ਜ਼ਰੂਰ ਕੁਛ ਨਾ ਕੁਛ ਤਾਂ ਹਾਸਲ ਹੁੰਦਾ ਹੀ ਹੈ। ਜਦ ਵੀ ਕੋਈ ਵਿਚਾਰ ਹੁੰਦੀ ਹੈ ਗੁਰਬਾਣੀ ਦੀ, ਕੋਈ ਕਰਦਾ ਹੋਵੇ, ਉਹਦੇ ਵਿੱਚੋਂ ਕੁਛ ਨਾ ਕੁਛ ਤੱਤ ਗਿਆਨ ਨਿਕਲ ਕੇ ਆਉਂਦਾ, ਸਮਝ ਪੈ ਜਾਂਦੀ ਹੈ। ਇਹ ਜਿਹੜੀ ਮੂੜ ਮੱਤ ਹੈ ਸਾਡੀ, ਇਹਦੇ ਵਿੱਚ ਕੁਛ ਨਾਮ ਦਾ ਕਿਣਕਾ ਪੈ ਜੇ ਬਾਣੀ ਦੀ ਵਿਚਾਰ ਕਰਨ ਦੇ ਨਾਲ, ਇਹੀ ਪ੍ਰਯੋਜਨ ਹੈ ਬਾਣੀ ਪੜ੍ਹਨੇ ਦਾ, ਸੁਣਨੇ ਦਾ, ਵਿਚਾਰਨ ਦਾ। ਜੋ ਸਾਡੀ ਆਪਣੀ ਮੱਤ ਹੈ ਜਿਹੜੀ ਸ੍ਰੇਸ਼ਟ ਸਮਝੀ ਬੈਠੀ ਆਪਣੇ ਆਪ ਨੂੰ, ਉਹ ਬਿਲਕੁਲ ਨਹੀਂ ਹੈ। ਇਹੀ ਗੱਲ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਹੀ, ਸੁਣ ਕੇ, ਵਿਚਾਰ ਕੇ ਹੀ ਪਤਾ ਲੱਗਣਾ ਵੀ ਸਾਡੀ ਮੱਤ ਤਾਂ ਬਿਲਕੁਲ ਥੋਥੀ ਹੈ, ਇਹਨੂੰ ਤਾਂ ਕੁਝ ਵੀ ਨਹੀਂ ਪਤਾ, ਅਣਜਾਣ ਹੈ। ਇਹ ਸਮਝਦੀ ਹੈ ਆਪਣੇ ਆਪ ਨੂੰ ਬਹੁਤ ਸਿਆਣਾ, ਲੇਕਿਨ ਹੈ ਅਣਜਾਣ। ਤਾਂ ਇਹ ਗੱਲ ਕਿੱਥੋਂ ਪਤਾ ਲੱਗਦੀ ਹੈ? ਸੰਗਤ ਵਿੱਚੋਂ, ਬਾਣੀ ਦੀ ਵਿਚਾਰ ਵਿੱਚੋਂ, ਬਾਣੀ ਦੀ ਸੰਗਤ ਵਿੱਚੋਂ। ਬਾਣੀ ਗੁਰੂ ਹੈ, ਤਾਂ ਬਾਣੀ ਦੀ ਬਖਸ਼ਿਸ਼ ਨੂੰ ਉਡੀਕਣਾ ਚਾਹੀਦਾ ਹੈ। ਹਰ ਵਕਤ ਬੇਨਤੀ ਯਾਚਨਾ ਇਹੀ ਹੋਣੀ ਚਾਹੀਦੀ ਬੰਦੇ ਦੀ ਵੀ, ਮਹਾਰਾਜ ਹੇ ਗੁਰਬਾਣੀ ਗੁਰੂ ਜੀ, ਉਹ ਸਾਡੇ ਉੱਪਰ ਵੀ ਕਿਰਪਾ ਕਰ, ਬਖਸ਼, ਤਾਂ ਹੀ ਸਾਡਾ ਕਲਿਆਣ ਹੋ ਸਕਦਾ। ਨਹੀਂ ਤਾਂ ਅਸੀਂ ਤਾਂ ਫਿਰ ਅਧੂਰੇ ਹਾਂ, ਅਧੂਰੇ ਆਏ ਹਾਂ, ਅਧੂਰੇ ਹੀ ਇੱਥੋਂ ਚਲੇ ਜਾਣਾ, 84 ਦਾ ਗੇੜ ਫੇਰ ਬਣ ਜਾਣਾ। ਜੇ ਪ੍ਰਸਾਦ ਆਪ ਭੁੱਖਨ ਪਹਿਰੀਜੈ, ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਨਾਈ, ਉਠਤ ਬੈਠਤ ਸਦ ਤਿਸੈ ਧਿਆਈ।
तिसै ध्याए जो एक अलख है, इहाँ उहाँ नानक तेरी रखै। जिहे प्रसाद करें पुण्य बहु दान, मन आठ पहर कर तिसका ध्यान। जे प्रसाद तू आचार व्यवहारी, तिस प्रभ को सास सास चितारी। जिहे प्रसाद तेरा सुंदर रूप, सो प्रभ सिमरो सदा अनूप। जिहे प्रसाद तेरी नीकी जात, सो प्रभ सिमर सदा दिन रात। जिहे प्रसाद तेरी पात्र है, गुर प्रसाद नानक जस कहे। जिहे प्रसाद सुनै कर्ण नाद, जिहे प्रसाद पेखें बिस्माद। जिहे प्रसाद बोलें अमृत रसना, जिहे प्रसाद सुख सहजे वसना। जिहे प्रसाद हस्त कर चलें, जिहे प्रसाद संपूर्ण फलें। जिहे प्रसाद परमगत पावें, जिहे प्रसाद सुख सहज समावें। ऐसा प्रभ त्याग अवर कत लागो, गुर प्रसाद नानक मन जागो। जिहे प्रसाद तू प्रगट संसार, तिस प्रभ को मूल ना मनो विसार। जिहे प्रसाद तेरा प्रताप, रे मन मूढ़ ताको तू ताको जाप। जिहे प्रसाद तेरे कार्य पूरे, तिसै जान मन सदा हजूरे। जिहे प्रसाद तू पावें साच, रे मन मेरे तू तास्यों राच। जिहे प्रसाद सब की गत होए, नानक जाप जपै जप सोए। जिहे प्रसाद सब की गत होए, नानक जाप जपै जप सोए। ਸਤਿਗੁਰਾਂ ਦੇ ਪਾਵਨ ਚਰਨਾਂ ਦੀ ਪਿਆਸੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰਦੇ ਗੁਰਮੁਖ ਜਨੋ, ਸੂਝਵਾਨ ਪਤਵੰਤਿਓ, ਆਪ ਜੀ ਨਾਲ ਆਪਣੀ ਹਕੀਰ ਬੁੱਧੀ ਦੁਆਰਾ, ਤੁੱਛ ਬੁੱਧੀ ਦੁਆਰਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਬਾਣੀ, ਉਹਨਾਂ ਦਾ ਸ਼ਾਹਕਾਰ ਸੁਖਮਨੀ ਸਾਹਿਬ, ਉਹਦੀ ਅੱਗੇ ਵਿਚਾਰ ਹਾਜ਼ਰ ਹੈ। ਉਮੀਦ ਹੈ ਆਪ ਜੀ ਨੂੰ ਅੱਛੀ ਲੱਗੇਗੀ, ਕਿਉਂਕਿ ਬਾਣੀ ਤਾਂ ਅੱਛੀ ਹੈ। ਹੋ ਸਕਦਾ ਢੰਗ ਨਾ ਅੱਛਾ ਹੋਵੇ ਦਾਸਰੇ ਦੇ ਬਿਆਨਣ ਦਾ, ਪਰ ਫਿਰ ਵੀ ਕੋਸ਼ਿਸ਼ ਕਰਿਓ ਜੇ ਅੱਛੀ ਲੱਗੇ ਤਾਂ। ਸਾਧ ਸੰਗਤ ਜੀਓ, ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹੈ, ਜਿਹੇ ਪ੍ਰਸਾਦ ਆ ਭੂਖਣ ਪਹਿਰੀਜੈ। ਜਿਹਦੀ ਕਿਰਪਾ ਦੇ ਨਾਲ ਤੂੰ ਗਹਿਣੇ ਪਾਉਣਾ ਹੈ। ਆਭੂਸ਼ਣ ਜਾਂ ਭੂਖਣ ਗਹਿਣਿਆਂ ਨੂੰ ਕਹਿੰਦੇ ਆ। ਇੱਕ ਵਾਰੀ ਇਸ ਗੱਲ ਦੇ ਉੱਤੇ ਸਾਡੇ ਪਿੰਡ ਵਿੱਚ ਚਰਚਾ ਹੋਈ ਸੀ। ਕੋਈ ਕਹਿ ਰਿਹਾ ਸੀਗਾ ਵੀ ਜੀ ਸੰਤ ਬਾਬਾ ਨਸਲਪੁਰ ਵਾਲੇ ਕਹਿੰਦੇ ਆ ਵੀ ਗਹਿਣੇ ਠੀਕ ਨਹੀਂ, ਸੋਨਾ ਠੀਕ ਨਹੀਂ ਹੈ। ਤੇ ਦੂਜਾ ਕਹਿ ਰਿਹਾ ਸੀ ਵੀ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਉਹਨਾਂ ਦੀ ਵਰਤੋਂ ਮਾੜੀ ਹੈ। ਤੋ ਬਾਬਾ ਜੀ ਦੀ ਬਾਤ ਆ ਗਈ ਸਾਹਮਣੇ। ਬੀਬੀ ਸੀ ਇੱਕ ਮੇਰੇ ਪਿੰਡ ਦੀ, ਉਹਨਾਂ ਨੇ ਕੋਈ ਮਕਾਨ ਲੈਣਾ ਸੀ। ਬਾਬਾ ਜੀ ਕੋਲ ਚਲੇ ਗਈ, ਬਾਬਾ ਜੀ ਹੁਕਮ ਕਰ ਦਿਓ ਵੀ ਅਸੀਂ ਫਿਰ ਗਹਿਣੇ ਵੇਚ ਦਈਏ, ਮਕਾਨ ਲੈਣਾ, ਪੈਸੇ ਹੈ ਨਹੀਂ ਕੋਲ। ਕਹਿੰਦੇ ਨਹੀਂ ਸਾਊ, ਇਹ ਔਖੇ ਟਾਈਮ ਖਾਤਰ ਰੱਖੀ ਦੇ ਉਹਨੇ, ਸਰ ਜਾਣਾ ਤੁਹਾਡਾ ਕਿਸੇ ਨਾ ਕਿਸੇ ਪਾਸਿਓਂ। ਸਰ ਗਿਆ ਸੀ। ਫਿਰ ਦਾਸ ਨੇ ਵੀ ਕੁਛ ਮਦਦ ਕਰਤੀ ਸੀ ਉਹਨਾਂ ਦੀ। ਸੋ ਕਹਿਣ ਤੋਂ ਮੁਰਾਦ ਇਹੀ ਹੈ ਜੋ ਸੁਖਮਨੀ ਸਾਹਿਬ ਦੇ ਵਿੱਚ ਜਾਂ ਬਾਕੀ ਦੀ ਬਾਣੀ 'ਚ ਆ ਰਹੀ ਬਾਤ। ਸੋਨਾ ਜਾਂ ਗਹਿਣੇ ਮਾੜੇ ਨਹੀਂ ਹੈ, ਇਹਨਾਂ ਦੀ ਵਰਤੋਂ ਮਾੜੀ ਹੈ। ਜੇ ਸ਼ੋਅ ਕਰਦੇ ਆ ਵੀ ਹਾਂ ਮੇਰੇ ਕੜਾ ਪਾਇਆ ਵਾ, ਮੇਰੇ ਹਾਰ ਪਾਇਆ ਵਾ, ਮੇਰੇ ਚੂੜੀਆਂ ਪਾਈਆਂ ਹੋਈਆਂ, ਫਿਰ ਉਹ ਮਾੜੀ ਗੱਲ ਹੈ। ਆਪਾਂ ਆਪਣੇ ਧੀਆਂ ਪੁੱਤਰਾਂ ਨੂੰ ਪਾਉਂਦੇ, ਸਾਡਾ ਰੀਤੀ ਰਿਵਾਜ ਹੈ, ਕੋਈ ਉਹਦੇ 'ਚ ਕੋਈ ਬੁਰਾਈ ਨਹੀਂ ਹੈ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਪੁੱਤਰ ਧੀ ਮਾੜੇ ਨਹੀਂ ਹੈ। ਜੇ ਪੁੱਤਰਾਂ ਧੀਆਂ 'ਚ ਖਚਤ ਹੋਊਗਾ ਬੰਦਾ, ਫਿਰ ਗੱਲ ਗਲਤ ਹੈ। ਸੋਨੇ 'ਚ ਗਲਤਾਨ ਨਹੀਂ ਹੋਣਾ। ਸੋਨਾ ਮਾੜੀ ਚੀਜ਼ ਨਹੀਂ ਹੈ, ਸੋਨਾ ਪ੍ਰਭੂ ਨੇ ਦਿੱਤਾ ਹੋਇਆ। ਸਭ ਲੋਕ ਪਹਿਨਦੇ ਆ। ਆਪਣੀ ਘਰ ਦੀ ਸਵਾਣੀਆਂ ਜਿਹੜੀਆਂ ਨਵੀਆਂ ਵਿਆਹੀਆਂ ਬੇਟੀਆਂ ਆਉਂਦੀਆਂ, ਉਹਨਾਂ ਦੇ ਵੀ ਗਹਿਣੇ ਪਾਏ ਹੋਏ ਹੁੰਦੇ, ਉਹਨਾਂ ਨੂੰ ਫੱਬਦੇ ਵੀ ਹੈ। ਤੋ ਸੋਨਾ ਮਾੜਾ ਨਹੀਂ ਹੈ। ਸੋਨੇ ਦੀ ਜਿਹੜੀ ਸ਼ੋਅ ਕਰਨਾ ਹਉਮੈ ਵਿੱਚ ਵੀ ਹਾਂ ਮੇਰੇ ਕੋਲ ਇੰਨਾ ਸੋਨਾ ਹੈ, ਦਿਖਾਉਣਾ ਲੋਕਾਂ ਨੂੰ, ਉਹ ਮਾੜਾ। ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਉਹ ਮਨਾ, ਜਿਹਦੇ ਕਿਰਪਾ ਦੇ ਨਾਲ ਤੂੰ ਗਹਿਣੇ ਪਾਉਣਾ ਹੈ, ਉਹਨੂੰ ਯਾਦ ਕਰਨ ਲੱਗਿਆ ਦੇਰੀ ਕਾਹਤੇ ਕਰਦਾ, ਆਲਸ ਕਿਉਂ ਕਰਦਾ। ਜਿਹੇ ਪ੍ਰਸਾਦ ਅਸਵ ਹਸਤ ਅਸਵਾਰੀ। ਜਿਹਦੀ ਕਿਰਪਾ ਦੇ ਨਾਲ ਤੂੰ ਘੋੜਿਆਂ ਔਰ ਹਾਥੀਆਂ ਦੀ ਸਵਾਰੀ ਕਰਦਾ ਹੈ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ। ਉਹਨੂੰ ਕਦੇ ਨਾ ਵਿਸਾਰੀ ਮਨ ਤੋਂ। ਉਹ ਮਨਾ,
ਜਿਹੇ ਪ੍ਰਸਾਦ ਬਾਗ ਮਿਲਖ ਧਨਾ, ਜਿਹਦੀ ਕਿਰਪਾ ਦੇ ਨਾਲ ਬਾਗ ਜਗੀਰਾਂ ਜ਼ਮੀਨਾਂ ਤੇਰੇ ਕੋਲ ਹੈਗੀਆਂ, ਇੰਨਾ ਧਨ ਦਿੱਤਾ ਹੋਇਆ ਉਹਨੇ, ਉਹਨੂੰ ਯਾਦ ਰੱਖ। ਇਹ ਉਹਦੀ ਕਿਰਪਾ ਦੇ ਨਾਲ ਮਿਲਿਆ ਹੋਇਆ, ਨਾ ਕਿ ਤੇਰਾ ਆਪਣਾ ਕਮਾਇਆ ਹੋਇਆ। ਭਾਵੇਂ ਜ਼ਰੀਆ ਤੂੰ ਹੀ ਹੈ ਕਮਾਉਣ ਦਾ, ਪਰ ਕਿਰਪਾ ਉਹਦੀ ਹੈ। ਰਾਖ ਪਰੋਏ ਪ੍ਰਭ ਆਪਣੇ ਮਨਾ, ਪ੍ਰਭੂ ਨੂੰ ਆਪਣੇ ਮਨ 'ਚ ਪਰੋ ਕੇ ਰੱਖ। ਜਿਨ ਤੇਰੀ ਮਨ ਬਣਤ ਬਣਾਈ, ਜਿਹਨੇ ਤੇਰੇ ਮਨ ਦੀ ਇਹ ਬਣਤ ਬਣਾਈ ਹੈ। ਊਠਤ ਬੈਠਤ ਸਦ ਤਿਸੈ ਧਿਆਈ, ਮਾਰਗ ਚਲਤ ਵੀ ਉੱਠਦਿਆਂ ਬਹਿੰਦਿਆਂ ਸੌਂਦਿਆਂ ਖਾਂਦਿਆਂ ਪੀਂਦਿਆਂ ਉਹਨੂੰ ਖਿਆਲ ਰੱਖੀ, ਉਹਨੂੰ ਧਿਆਈ। ਤਿਸੈ ਧਿਆਏ ਜੋ ਏਕ ਅਲੱਖ ਹੈ, ਉਹਨੂੰ ਧਿਆਈ ਜੋ ਇੱਕ ਅਲੱਖ ਹੈ, ਜਿਹੜਾ ਲਖਿਆ ਨਹੀਂ ਛੇਤੀ ਛੇਤੀ ਜਾਂਦਾ, ਉਹਨੂੰ ਧਿਆਉਣਾ। ਇਹਾਂ ਉਹਾਂ ਨਾਨਕ ਤੇਰੀ ਰੱਖੈ, ਇੱਥੇ ਵੀ ਪਰਲੋਕ 'ਚ ਵੀ ਉਹ ਤੇਰੀ ਰਾਖੀ ਕਰਦਾ ਹੈ। ਜਿਹੇ ਪ੍ਰਸਾਦ ਕਰੈ ਪੁੰਨ ਬਹੁ ਦਾਨ, ਜਿਹਦੀ ਕਿਰਪਾ ਦੇ ਨਾਲ ਤੂੰ ਬਹੁਤ ਸਾਰੇ ਪੁੰਨ ਦਾਨ ਕਰਦਾ ਹੈ। ਮਨ 8 ਪਹਿਰ ਕਰ ਤਿਸ ਕਾ ਧਿਆਨ, 8 ਪਹਿਰ ਉਹਦਾ ਧਿਆਨ ਧਰ। 8 ਪਹਿਰ ਧਿਆਨ ਦਾ ਮਤਲਬ ਹੈ ਹਰ ਵਕਤ ਉਹਨੂੰ ਯਾਦ ਕਰਨਾ। ਇਹ ਕੋਈ ਅਲੋਕਾਰੀ ਗੱਲ ਨਹੀਂ ਹੈ। ਜਿਹੜੇ ਸੰਤ ਲੋਕ ਆ ਉਹ ਕਰਦੇ ਆ, ਖਾਂਦਿਆਂ ਵੀ ਹਰ ਗਰਾਹੀ ਜਿੰਨੀ ਵਾਰ ਚਿੱਥਦੇ ਆ ਉਨੀ ਵਾਰੇ ਅੰਦਰ ਤੋਂ ਵਾਹਿਗੁਰੂ ਨਿਕਲਦਾ ਉਹਨਾਂ ਦੇ ਕੰਠ 'ਚੋਂ। ਸੁੱਤੇ ਹੋਏ ਵੀ, ਹਾਲਾਂਕਿ ਇਹ ਗੱਲ ਬੜੀ ਔਖੀ ਲੱਗਦੀ ਆਮ ਇੱਕ ਸੰਸਾਰੀ ਜੀਵਨ ਵਾਲੇ ਨੂੰ ਮੰਨਣੀ, ਵੀ ਸੁੱਤੇ ਪਏ ਕਿਵੇਂ ਨਾਮ ਜਪਦੇ। ਉਹ ਭਾਈ ਜਦੋਂ ਨਾੜੀ ਚੱਲ ਸਕਦੀ ਹੈ ਸੁੱਤੇ ਪਿਆਂ ਦੀ, ਸਾਹ ਚੱਲਦਾ ਹੈ, ਹਾਰਟ ਚੱਲਦਾ ਹੈ, ਤਾਂ ਨਾਮ ਨਹੀਂ ਚੱਲ ਸਕਦਾ। ਜੇ ਨਹੀਂ ਸਾਡੇ ਚੱਲਦਾ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਨਾਮ ਨਹੀਂ ਚੱਲ ਸਕਦਾ। ਚੱਲਣਾ ਤਾਂ ਉਸੇ ਦੇ ਜਿਹਦੇ ਉੱਤੇ ਅਪਾਰ ਕਿਰਪਾ ਹੋਊ, ਜਿਹਨੂੰ ਉਹ ਨਾਮ ਬਖਸ਼ੂਗਾ, ਚੱਲਦਾ ਹੈ। ਔਰ ਇਹ ਸਾਰਾ ਕੁਝ ਸੰਚਾਲਿਤ ਹੁੰਦਾ ਹੈ ਮਡੂਲਾ ਓਬਲੋਂਗੇਟਾ, ਇਹ ਹਿੱਸਾ ਹੁੰਦਾ ਦਿਮਾਗ ਦਾ ਪਿਛਲਾ ਜਿਹੜਾ ਗਰਦਨ ਦੇ ਉੱਪਰ ਹੁੰਦਾ ਹੈ, ਗਿੱਚੀ ਕਹਿੰਦੇ ਜਿੱਥੇ, ਗਿੱਚੀ ਤੋਂ ਉੱਪਰ। ਇਹ ਮਡੂਲਾ ਓਬਲੋਂਗੇਟਾ ਜਿਹੜੀਆਂ ਇਨਵੋਲੰਟਰੀ ਕਿਰਿਆ ਸਾਡੀਆਂ, ਇਹ ਨਾੜੀ ਚੱਲਣੀ, ਸਾਹ ਆਉਣਾ, ਨਾਮ ਦਾ ਚੱਲਣਾ, ਇਹਨਾਂ ਨੂੰ ਸੰਚਾਲਿਤ ਕਰਦਾ ਹੈ, ਉੱਥੋਂ ਹੁੰਦਾ ਇਹ ਸਾਰਾ ਕੁਝ। ਜਿਹੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਜਿਹਦੀ ਕਿਰਪਾ ਦੇ ਨਾਲ ਤੂੰ ਆਚਾਰ ਵਿਵਹਾਰੀ ਬਣਿਆ ਹੋਇਆ। ਮਤਲਬ ਆਚਾਰ ਵਿਹਾਰੀ ਦਾ ਮਤਲਬ ਹੁੰਦਾ ਹੈ ਰਸਮ ਰਿਵਾਜ ਦੇ ਕਰਮ ਕਰਨ ਵਾਲਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਬਹੁਤ ਬਿਹਾਰੀ ਬੰਦਾ ਹੈ। ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ, ਉਹਨੂੰ ਹਰ ਸਾਹ ਦੇ ਨਾਲ ਚਿਤਾਰੀ, ਯਾਦ ਕਰੀ। ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਹਦੀ ਕਿਰਪਾ ਦੇ ਨਾਲ ਤੈਨੂੰ ਇੰਨਾ ਸੁੰਦਰ ਰੂਪ ਮਿਲਿਆ ਹੈ। ਸੋ ਪ੍ਰਭ ਸਿਮਰੋ ਸਦਾ ਅਨੂਪ, ਉਸ ਅਨੂਪ ਪ੍ਰਭੂ ਨੂੰ ਸਦਾ ਹੀ ਸਿਮਰੋ। ਇੱਥੇ ਦੇਖੋ ਹਾਈ ਨੂੰ ਔਕੜ ਆ ਗਈ ਹੈ, ਸਿਮਰੋ, ਤੁਸੀਂ ਸਿਮਰੋ, ਆਪਣੇ ਉੱਪਰ ਨਹੀਂ ਇਹ ਅਸ਼ਟਪਦੀ ਲੱਗੀ ਹੋਈ। ਇਹ ਜਾਂ ਮਨ ਨੂੰ ਸੰਬੋਧਨ ਹੈ ਜਾਂ ਬੰਦੇ ਨੂੰ ਸੰਬੋਧਨ ਹੈ। ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਜਿਹਦੀ ਕਿਰਪਾ ਦੇ ਨਾਲ ਤੇਰੀ ਸੁੰਦਰ ਜਾਤ ਹੈ, ਸੁੰਦਰ ਜਾਤ ਚੰਗੀ, ਨੀਕੀ ਚੰਗੀ ਨੂੰ ਕਹਿੰਦੇ। ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਉਸ ਪ੍ਰਭ ਨੂੰ ਦਿਨ ਰਾਤ ਸਿਮਰ। ਜੇ ਪ੍ਰਸਾਦ ਤੇਰੀ ਪਾਤਰ ਹੈ, ਜਿਹਦੀ ਕਿਰਪਾ ਦੇ ਨਾਲ ਤੇਰੀ ਇੱਜ਼ਤ ਰਹਿੰਦੀ ਹੈ। ਗੁਰ ਪ੍ਰਸਾਦ ਨਾਨਕ ਜਸ ਕਹੇ। ਜਿਹੇ ਪ੍ਰਸਾਦ ਸੁਨੈ ਕਰਨ ਨਾਦ, ਜਿਹਦੀ ਕਿਰਪਾ ਦੇ ਨਾਲ ਕੰਨਾਂ ਦੇ ਨਾਲ ਤੂੰ ਨਾਦ ਸੁਣਦਾ ਹੈ, ਸੰਗੀਤ ਸੁਣਦਾ ਹੈ ਔਰ ਰਾਗ ਵਗੈਰਾ ਸੁਣਦਾ ਹੈ, ਚਾਹੇ ਉਹ ਚੰਗੇ ਚਾਹੇ ਮੰਦੇ ਸੁਣਦਾ, ਉਹ ਤੇਰੀ ਆਪਣੀ ਇੱਛਾ ਹੈ, ਤੇਰਾ ਆਪਣਾ ਭਾਣਾ ਹੈ। ਉਹ ਗੁਰੂ ਨੇ ਤਾਂ ਚੰਗੇ ਸੁਣਨ ਵਾਸਤੇ ਹੁਕਮ ਕਰਿਆ ਹੋਇਆ, ਪਰ ਸੁਣਦਾ ਤਾਂ ਕਿਰਪਾ ਉਹਦੀ ਹੈ। ਜੇ ਪ੍ਰਸਾਦ ਪੇਖੈ ਬਿਸਮਾਦ, ਜਿਹਦੀ ਕਿਰਪਾ ਦੇ ਨਾਲ ਤੂੰ ਬਿਸਮਾਦ ਦੇਖਦਾ ਹੈ, ਅਚਰਜ ਕੌਤਕ ਵਰਤਦੇ ਦੇਖਦਾ ਹੈ, ਉਹਨੂੰ ਕਿਉਂ ਨਹੀਂ ਯਾਦ ਕਰਦਾ। ਜਿਹੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਰਸਨਾ ਤੋਂ ਅੰਮ੍ਰਿਤ ਵਰਗੇ ਬੋਲ ਤੂੰ ਬੋਲਦਾ ਹੈ, ਇਹ ਉਹਦੀ ਕਿਰਪਾ ਹੈ, ਯਾਦ ਕਰ ਉਹਨੂੰ। ਜਿਹੇ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹਦੀ ਕਿਰਪਾ ਦੇ ਨਾਲ ਸੁਖ ਸਹਿਜ ਵਿੱਚ ਤੇਰਾ ਨਿਵਾਸ ਹੈ। ਸੁਖ ਸਹਿਜ ਦੇ ਬਾਰੇ ਅੱਗੇ ਵਿਚਾਰ ਆ ਲਈ ਹੈ। ਉਹ ਅਵਸਥਾ ਗੁਰੂ ਭੇਂਟ ਤੋਂ ਬਾਅਦ ਜਿੱਥੇ ਹਮੇਸ਼ਾ ਹੀ ਸੁਖ ਸਹਿਜ ਵਰਤਦਾ ਰਹਿੰਦਾ ਹੈ, ਬੇਡਰ ਹੋ ਕੇ, ਨਿਰਭਉ ਹੋਏ ਭਜੋ ਭਗਵਾਨ ਵਾਲੀ ਅਵਸਥਾ ਸੁਖ ਸਹਿਜ ਦੀ। ਜਿਹੇ ਪ੍ਰਸਾਦ ਹਸਤ ਕਰ ਚੱਲੈ, ਕਰ ਦਾ ਮਤਲਬ ਹੁੰਦਾ ਹੱਥ। ਇਹ ਹੱਥ ਜਿਹੜੇ ਤੇਰੇ ਚੱਲਦੇ ਆ, ਹਸਤ ਔਰ ਕਰ ਇੱਕੋ ਚੀਜ਼ ਹੈ। ਜਿਹਦੀ ਕਿਰਪਾ ਦੇ ਨਾਲ ਤੇਰੇ ਇਹ ਚੱਲਦੇ ਆ ਭਾਈ, ਉਹਨੂੰ ਹਮੇਸ਼ਾ ਹੀ ਯਾਦ ਰੱਖ।
ਘਰ ਸ਼ਬਦ ਆਮ ਤੌਰ 'ਤੇ ਗੁਰਬਾਣੀ 'ਚ ਬਹੁਤ ਜਗ੍ਹਾ ਆਉਂਦਾ, ਹਸਤ ਵੀ ਆਉਂਦਾ, ਹਸਤ ਘੱਟ ਆਉਂਦਾ, ਘਰ ਜ਼ਿਆਦਾ ਆਉਂਦਾ, ਹਾਥ ਵੀ ਆਉਂਦਾ। ਜੇ ਪ੍ਰਸਾਦ ਸੰਪੂਰਨ ਫਲੈ, ਜਿਹਦੀ ਕਿਰਪਾ ਦੇ ਨਾਲ ਚੰਗੀ ਤਰ੍ਹਾਂ ਫਲਦਾ ਫੁੱਲਦਾ ਹੈ, ਜਿਹਨੂੰ ਕਹਿੰਦੇ ਸਿਜਦਾ ਹੈ। ਜੇ ਪ੍ਰਸਾਦ ਪਰਮਗਤ ਪਾਵੈ, ਜਿਹਦੀ ਕਿਰਪਾ ਦੇ ਨਾਲ ਤੈਨੂੰ ਪਰਮਗਤੀ ਦੀ ਪ੍ਰਾਪਤੀ ਹੁੰਦੀ ਹੈ। ਪਰਮਗਤੀ ਮੀਨਸ ਪਰਮਾਤਮਾ ਦੇ ਨਾਲ ਮੇਲ, ਉਹਦੇ ਦਰਸ਼ਨ। ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਜਿਹਦੀ ਕਿਰਪਾ ਦੇ ਨਾਲ ਸੁਖ ਸਹਿਜ ਦੀ ਅਵਸਥਾ ਵਿੱਚ ਤੂੰ ਸਮਾਉਣਾ ਹੈ, ਜਿਹਨੂੰ ਕਹਿੰਦੇ ਆਪਾਂ ਸਹਿਜ ਸਮਾਧ ਲੱਗੀ ਹੋਈ ਹੈ, ਸੁਖ ਸਹਿਜ ਜਾਂ ਸੁੰਨ ਸਮਾਧ ਵੀ ਕਹਿ ਦਿੰਦੇ ਇਹਨੂੰ। ਸੁੰਨ ਸਮਾਧ ਆਮ ਤੌਰ 'ਤੇ ਜੋਗੀਆਂ ਦੀ ਟਰਮ ਹੈ, ਗੁਰਬਾਣੀ 'ਚ ਵੀ ਬਹੁਤ ਜਗ੍ਹਾ ਇਹ ਆਉਂਦੀ ਹੈ, ਪਰ ਗੁਰਬਾਣੀ ਦੀ ਜਿਹੜੀ ਸਮਾਧ ਹੈ ਉਹ ਸਹਿਜ ਸਮਾਧ ਹੈ। ਚੱਲਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਉੱਧਰ ਧਿਆਨ ਰਹਿਣਾ, ਉਹਨੂੰ ਸਹਿਜ ਸਮਾਧ ਕਹਿੰਦੇ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਜਿਹੇ ਪ੍ਰਭੂ ਨੂੰ ਜਿਹੜਾ ਇੰਨਾ ਕੁਛ ਦੇ ਰਿਹਾ ਹੈ, ਉਹਨੂੰ ਛੱਡ ਕੇ ਹੋਰ ਪਾਸੇ ਕਿਉਂ ਲੱਗਦਾ ਭਾਈ, ਡੁਐਲਿਟੀ 'ਚ ਕਿਉਂ ਜਾਣਾ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਮਨ ਦੇ ਵਿੱਚ ਨੰਨੇ ਸਿਆਰੀ ਹੈ। ਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਉੱਤੇ, ਮਨ ਦੇ ਤਲ ਦੇ ਉੱਤੇ ਜਾਗੋ, ਸੁੱਤੇ ਨਾ ਰਹੋ ਭਾਈ। ਆਪਾਂ ਸਾਰਾ ਸੰਸਾਰ ਸੁੱਤਾ ਪਿਆ ਬਿਨਾਂ ਗੁਰਬਾਣੀ ਦੇ ਚਾਨਣ ਤੋਂ। ਸੋ ਜਾਗੈ ਜੋ ਏਕੋ ਜਾਣੈ, ਪਰ ਕਿਰਤੀ ਛੋੜੈ ਤਤ ਪਛਾਣੈ। ਉਹੀ ਜਾਗਦਾ ਮੰਨਿਆ ਜਾਂਦਾ ਗੁਰਬਾਣੀ 'ਚ ਜਿਹੜਾ ਇੱਕ ਨੂੰ ਪਛਾਣਦਾ। ਜਿਹੜੇ ਨੇ ਇੱਕ ਦੀ ਪਛਾਣ ਅਜੇ ਨਹੀਂ ਕਰੀ, ਸਭ ਨਾਲ ਜੁੜਿਆ ਹੋਇਆ ਵੀ ਸਾਰੇ ਹੀ ਖੁਸ਼ ਰਹੇ, ਮੈਂ ਸਭ ਨੂੰ ਮੰਨੀ ਜਾਵਾਂ, ਉਹ ਜਾਗਿਆ ਵਾ ਨਹੀਂ ਹੈ। ਲੋਕ ਭਾਵੇਂ ਉਹਨੂੰ ਸੰਤ ਕਹੀ ਜਾਣ, ਚਾਹੇ ਜੋ ਮਰਜ਼ੀ ਕਹਿਣ। ਗੁਰਬਾਣੀ ਦਾ ਫਰਮਾਨ ਇਹ ਹੈ ਵੀ ਮਨ ਦੇ ਵਿੱਚ ਉਹ ਜਾਗਿਆ ਵਾ ਜਿਹੜਾ ਇੱਕ ਦੇ ਨਾਲ ਪ੍ਰੀਤ ਜਿਹਦੀ ਪੈਗੀ। ਜਿਹੇ ਪ੍ਰਸਾਦ ਤੋਂ ਪ੍ਰਗਟ ਸੰਸਾਰ, ਜਿਹਦੀ ਕਿਰਪਾ ਦੇ ਨਾਲ ਤੂੰ ਸੰਸਾਰ ਦੇ ਵਿੱਚ ਪ੍ਰਗਟ ਹੈ, ਸੰਸਾਰ ਦੇ ਰਾਰੇ ਨਸਿਹਾਰੀ ਸੰਸਾਰ ਦੇ ਵਿੱਚ। ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਉਸ ਪ੍ਰਭੂ ਨੂੰ ਬਿਲਕੁਲ ਹੀ ਨਾ ਮਨ ਵਿੱਚੋਂ ਵਿਸਾਰ, ਉਹਨੂੰ ਹਰ ਵਕਤ ਯਾਦ ਰੱਖ। ਜਿਹੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਜਿਹਦੀ ਕਿਰਪਾ ਦੇ ਨਾਲ ਤੇਰਾ ਇੰਨਾ ਪ੍ਰਤਾਪ ਹੈ, ਦੁਨੀਆ ਦੇ ਵਿੱਚ ਜਸ ਹੈ, ਤੂੰ ਮਨਾ ਮੂਰਖ ਮਨਾ, ਤੂੰ ਉਹਨੂੰ ਕਿਉਂ ਨਹੀਂ ਜਪਦਾ। ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਹਦੀ ਕਿਰਪਾ ਦੇ ਨਾਲ ਤੇਰੇ ਕੰਮ ਪੂਰੇ ਹੁੰਨੇ, ਤਿਸੈ ਜਾਨ ਮਨ ਸਦਾ ਹਜੂਰੇ, ਉਹਨੂੰ ਹਰ ਵਕਤ ਅੰਗ ਸੰਗ ਸਮਝ। ਹਜੂਰ ਸਾਹਿਬ ਸਹਿਬ ਹਜੂਰ, ਉਹਨੂੰ ਹਰ ਵਕਤ ਅੰਗ ਸੰਗ ਸਮਝ। ਜੇ ਪ੍ਰਸਾਦ ਤੂੰ ਪਾਵੇਂ ਸਾਚ, ਜਿਹਦੀ ਕਿਰਪਾ ਦੇ ਨਾਲ ਤੂੰ ਸੱਚ ਨੂੰ ਪਾਉਣਾ ਹੈ, ਰੇ ਮਨ ਮੇਰੇ ਤੂੰ ਤਾਂ ਸਿਉ ਰਾਜ, ਤੂੰ ਉਹਦੇ ਨਾਲ ਰਚ ਮਿਚ। ਉਹ ਮਨਾ ਜਿਹਦੀ ਕਿਰਪਾ ਦੇ ਨਾਲ ਤੂੰ ਸੱਚ ਨੂੰ ਖੋਜਦਾ, ਸੱਚ ਨੂੰ ਪਾਉਣਾ। ਜੇ ਪ੍ਰਸਾਦ ਸਭ ਕੀ ਗਤ ਹੋਏ, ਜਿਹਦੀ ਕਿਰਪਾ ਦੇ ਨਾਲ ਸਭਨਾਂ ਦੀ ਗਤ ਹੁੰਦੀ ਹੈ, ਨਾਨਕ ਜਾਪ ਜਪੈ ਜਪ ਸੋਏ। ਸਾਧ ਸੰਗਤ ਜੀਓ, ਇੱਕ ਜਗ੍ਹਾ ਬਾਬਾ ਨਾਮਦੇਵ ਜੀ ਦਾ ਫਰਮਾਨ ਹੈ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਵਰੀਆ ਕਹਾਂ ਛਪਾਨੀ। ਦੇਵੀ ਨੂੰ ਸੰਬੋਧਨ ਹੈ, ਜਿਹੜੇ ਲੋਕ ਦੇਵੀਆਂ ਨੂੰ ਮੰਨਦੇ ਮਾਤਾ ਸਮਝ ਕੇ। ਤੂੰ ਕਹੀਅਤ ਹੀ ਆਦ ਭਵਾਨੀ, ਤੈਨੂੰ ਆਦ ਭਵਾਨੀ ਕਹਿੰਦੇ ਆ, ਰੱਬ ਵਰਗਾ ਦਰਜਾ ਦਿੰਦੇ ਆ। ਜਦ ਮੁਕਤੀ ਦੀ ਗੱਲ ਆਉਂਦੀ ਤੂੰ ਕਿੱਥੇ ਛੁਪ ਜਾਂਦੀ ਹੈ, ਮੁਕਤੀ ਤੇਰੇ ਕੋਲ ਹੈ ਕੋਈ ਨਹੀਂ। ਦੱਸੋ ਗੁਰਬਾਣੀ ਸਾਨੂੰ ਕਿਵੇਂ ਠੋਕਰਾਂ ਮਾਰੇ। ਹੋਰ ਇਹ ਜਿਹੜੀ ਗਤ ਹੋਣੀ ਹੈ ਬੰਦੇ ਦੀ, ਪਰਮ ਗਤੀ ਮਿਲਣੀ ਹੈ ਉਹਨੂੰ ਕੇਵਲ ਔਰ ਕੇਵਲ ਪ੍ਰਭੂ ਦੇ ਨਾਲ ਜੁੜ ਕੇ ਮਿਲਣੀ। ਗੁਰਬਾਣੀ ਦਾ ਇਹ ਨਿਸ਼ਚਾ ਹੈ, ਹੋਰ ਧਰਮ ਜੋ ਮਰਜ਼ੀ ਸੋਚਦੇ ਹੋਣ, ਕਿਉਂਕਿ ਹੋਰਨਾਂ ਧਰਮਾਂ ਦੇ ਵਿੱਚ ਕੋਈ ਇੱਕ ਵਿਅਕਤੀ ਨੇ ਨਹੀਂ ਉਹ ਗੱਲਾਂ ਕਹੀਆਂ ਹੋਈਆਂ, ਅਲੱਗ-ਅਲੱਗ ਰਿਸ਼ੀਆਂ ਨੇ ਸਮੇਂ-ਸਮੇਂ 'ਤੇ ਉਹ ਪ੍ਰਗਟ ਕਰੀਆਂ ਹੋਈਆਂ। ਪਰ ਜਿਹੜੇ ਮਹਾਂਪੁਰਸ਼ 35 ਦੇਸ਼ ਦੇ ਕੋਨੇ-ਕੋਨੇ ਤੋਂ ਗੁਰਬਾਣੀ ਦੇ ਵਿੱਚ ਵਿਰਾਜਮਾਨ ਹੈ, ਬੈਠੇ ਹੈ, ਉਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਇੱਕ ਤੋਂ ਬਿਨਾਂ ਗੁਜ਼ਾਰਾ ਨਹੀਂ ਭਾਈ, ਵਨਨੈਸ ਤਾਂ ਕਰਨੀ ਓ ਪੈਣੀ ਹੈ। ਜੇ ਵਨਨੈਸ ਨਹੀਂ ਹੈ ਤਾਂ ਪ੍ਰਾਪਤੀ ਕੋਈ ਨਹੀਂ ਹੈ। ਲੋਕਾਂ ਦੀਆਂ ਗੱਲਾਂ ਨਾਲ, ਲੋਕਾਂ ਮਗਰ ਨਾ ਜਾਇਓ। ਲੋਕ ਤਾਂ ਕੱਲ੍ਹ ਪਰਸੋਂ ਵੀ ਵਿਚਾਰ ਕਰੀ ਸੀ, ਸਰਵਣ ਭਗਤ ਨੂੰ ਵੀ ਬੜਾ ਕਰਦੇ ਹੈ, ਜਿਉਣੇ ਮੌੜ ਨੂੰ ਵੀ ਬੜਾ ਕਰਦੇ ਹੈ। ਸੋ ਕਾਲ ਜਿਹੜੇ ਸੂਰਮੇ ਹੋਏ ਹੈ, ਦੁਨਿਆਵੀ ਸੂਰਮੇ, ਉਹਨਾਂ ਨੂੰ ਬੜਾ ਕਰਦੇ ਹੈ। ਸੁੱਚੇ ਸੂਰਮੇ ਨੂੰ ਬੜਾ ਕਰਦੇ ਹੈ। ਨਹੀਂ, ਸੂਰਮਾ ਉਹ ਹੈ ਜਿਹਨੇ ਨਾਮ ਨਾਲ ਜੁੜ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਸਭ ਤੋਂ ਬੜਾ ਸੂਰਮਾ ਉਹ ਮੰਨਿਆ ਜਾਂਦਾ। ਨਾਨਕ ਜਾਪ ਜਪੈ ਜਪ ਸੋਏ, ਤੋ ਜਿਹਦੀ ਕਿਰਪਾ ਦੇ ਨਾਲ ਇਹ ਸਭ ਕੁਝ ਹੁੰਦਾ ਹੈ, ਤੂੰ ਮਨਾ ਉਹਦਾ ਜਾਪ ਕਰ।
ਉਸ ਪ੍ਰਭੂ ਨੂੰ ਜਪ, ਉਸ ਤੋਂ ਬਿਨਾਂ ਕਲਿਆਣ ਨਹੀਂ ਹੈ। ਮਹਿਜ਼ ਵਾਹਿਦ ਓਨਲੀ ਇੱਕੋ ਹੀ ਤਰੀਕਾ ਹੈ, ਸੰਗਤ ਵਿੱਚ ਆ ਜਾ। ਸੰਗਤ ਵਿੱਚ ਕਿਉਂਕਿ ਵਰਤਾਰਾ ਇੱਕ ਦਾ ਹੁੰਦਾ, ਸੰਗਤ ਹੁੰਦੀ ਉਹੀ ਹੈ, ਦੂਜੀਆਂ ਕਸੰਗਤਾਂ ਹੁੰਦੀਆਂ ਜਿਹਨੂੰ ਆਪਾਂ ਕਈ ਵਾਰ ਸੰਗਤ ਕਹਿ ਦਿੰਦੇ। ਜਿਵੇਂ ਕਈ ਡੇਰਿਆਂ ਨੂੰ ਲਿਜਾਂਦੇ ਨਾ ਲੋਕ ਵੀ ਅਸੀਂ ਸੰਗਤ ਲੈ ਕੇ ਜਾਂਦੇ ਹਾਂ ਜੀ। ਇੱਕ ਵਾਰੀ ਦਾਸਰੇ ਦਾ ਵਾਹ ਪੈ ਗਿਆ ਸੀ ਕਾਈਨੌਰ ਪਿੰਡ 'ਚ, ਕਿਸੇ ਬੰਦੇ ਦੇ ਘਰ ਅਸੀਂ ਡਿਲੀਵਰੀ ਕਰਨ ਵਾਸਤੇ ਗਏ ਸੀ। ਸਵੇਰੇ ਸਵੇਰੇ ਤੜਕਾ ਹੀ ਸੀਗਾ, ਦਾਸਰਾ ਬਾਹਰ ਬੈਠਾ ਸੀ, ਮਿਸਿਜ ਅੰਦਰ ਸੀ। ਉਹ ਬੰਦੇ ਨੇ ਚਿੱਟੀ ਜੀ ਪੱਗ ਬੰਨੀ ਹੋਈ, ਬੜਾ ਵਧੀਆ ਗੁਰਮੁਖ ਬੰਦਾ ਲੱਗੇ, ਬੀਬਾ ਦੇਖਣ ਨੂੰ ਬਈ ਬਜ਼ੁਰਗ ਸੀਗਾ। ਦਾਸਰੇ ਨੇ ਉਹਨੂੰ ਗੱਲਾਂ ਗੱਲਾਂ 'ਚ ਪੁੱਛ ਲਿਆ, ਉਹ ਕਹਿੰਦਾ ਜੀ ਅਸੀਂ ਸੰਗਤ ਲਿਜਾਨੇ ਫਲਾਣੇ ਡੇਰੇ 'ਚ, ਕਈਆਂ ਨੂੰ ਇਕੱਠੇ ਕਰਕੇ ਇੱਥੋਂ। ਤੋ ਦਾਸਰੇ ਤੋਂ ਰਿਹਾ ਨਹੀਂ ਗਿਆ ਅਸਲ 'ਚ। ਫਿਰ ਮੈਂ ਕਿਹਾ ਬਾਬਾ ਜੀ ਤੁਸੀਂ ਤਾਂ ਆਪਣੀ ਜ਼ਿੰਦਗੀ ਖੋਲੀ ਸਾਰੀ ਹੋ, ਕਮ ਸੇ ਕਮ ਹੁਣ ਤੋਂ ਬਾਅਦ ਇਹ ਬਚਾ ਲਓ। ਕਹਿੰਦਾ ਜੀ ਕਿਆ ਗੱਲ ਕਹਿਤੀ ਤੁਸੀਂ? ਮੈਂ ਕਿਹਾ ਜੀ ਸਹੀ ਕਿਹਾ, ਮੈਂ ਗੁਰਬਾਣੀ ਅਨੁਸਾਰ ਕਿਹਾ, ਮੇਰਾ ਆਪਣਾ ਕੁਛ ਨਹੀਂ ਹੈ ਇਹਦੇ 'ਚ। ਕਹਿੰਦਾ ਬਾਣੀ 'ਚ ਏਕਣ ਲਿਖਿਆ? ਮੈਂ ਕਿਹਾ ਬਿਲਕੁਲ ਲਿਖਿਆ ਹੈ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਮੈਂ ਕਿਹਾ ਆਪਾਂ ਤਾਂ ਡੁੱਬੇ ਹੋਏ ਹਾਂ, ਆਪਾਂ ਕੋ ਸੰਗਤ ਨੂੰ ਲੈ ਕੇ ਜਾਂਦੇ, ਸੰਗਤ ਨਹੀਂ ਕਰਦੇ। ਸੰਗਤ ਤਾਂ ਇੱਕ ਦੀ ਹੁੰਦੀ ਹੈ। ਜੇ ਉਹ ਮਹਾਂਪੁਰਸ਼ ਇੱਕ ਨਾਲ ਜੁੜਿਆ ਵਾ ਹੋਵੇ ਫਿਰ ਠੀਕ ਹੈ, ਪਰ ਜਦ ਇੱਕ ਨਾਲ ਜੁੜਿਆ ਵਾ ਨਹੀਂ, ਆਪਾਂ ਨੂੰ ਪਤਾ ਹੈ ਉੱਥੇ ਕਿਆ ਕੁਛ ਹੁੰਦਾ ਹੈ। ਉਹ ਗੱਲਾਂ ਵੀ ਹੋਈਆਂ, ਹੁਣ ਦਾਸਰਾ ਨੈੱਟ ਪਰ ਨਹੀਂ ਕਰਦਾ ਉਹ ਗੱਲ ਵੀ ਉਹਦੇ ਕੋਲ ਤੁਸੀਂ ਸੰਗਤ ਨੂੰ ਕਹਿੰਦੇ ਵੀ ਅਸੀਂ ਸੰਗਤ ਲੈ ਕੇ ਜਾਂਦੇ। ਇੱਕ ਤਾਂ ਪਹਿਲੀ ਗੱਲ ਇਹ ਹਉਮੈ ਦਾ ਰੂਪ ਹੈ ਵੀ ਅਸੀਂ ਸੰਗਤ ਲੈ ਕੇ ਜਾਂਦੇ, ਉਹ ਆਰ ਵੀ ਆਪਾਂ ਕੌਣ ਹੈ ਲਿਜਾਣੇ ਵਾਲੇ। ਚਲੋ ਜੇ ਲਿਜਾਂਦੇ ਵੀ ਹੈ ਤਾਂ ਉਹ ਸੰਗਤ ਨਹੀਂ ਹੈ ਭਾਈ। ਮੈਨੂੰ ਬੁਰਾ ਕਿਹੋ ਚਾਹੇ ਚੰਗਾ ਕਿਹੋ, ਇੰਨੇ ਨੂੰ ਡਿਲੀਵਰੀ ਹੋ ਗਈ, ਅਸੀਂ ਆਪਣੇ ਘਰ ਨੂੰ ਆ ਗਏ। ਪਤਾ ਨਹੀਂ ਮੁੜ ਕੇ ਤਾਂ ਉਹਦੇ ਨਾਲ ਕਦੇ ਮੁਲਾਕਾਤ ਹੋਈ ਨਹੀਂ। ਸੋ ਇਸ ਤਰ੍ਹਾਂ ਦੀ ਬਿਰਤੀ ਹੈ ਸਾਡੀ ਜਿਹੜੀ ਬਣੀ ਹੋਈ, ਅਸੀਂ ਕੁਸੰਗਤ ਨੂੰ ਵੀ ਸੰਗਤ ਸਮਝਦੇ। ਕੋਈ ਅਪਸ਼ਬਦ ਦੀ ਖਿਮਾ ਦਿਓ, ਆਗਿਆ ਦਿਓ, ਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।